ਹੁਣ ਹਾਲਾਤ ਵੇਖੋ ਕਿਹੜੇ ਬਣੇ ਪਏ ਨੇ। ਅਦਾਲਤਾਂ ਤੱਕ ਗੱਲਾਂ ਚਲੇ ਗਈਆਂ ਵੀ ਜਿੱਥੇ ਤੁਹਾਡੀਆਂ ਕਮੇਟੀਆਂ ਦੇ ਆਗੂਆਂ ਨੂੰ ਹੀ ਤੁਹਾਨੂੰ ਪੰਜਾਬੀ ਪੜ੍ਹਨੀ ਨਾ ਆਵੇ, ਤੁਸੀਂ ਕਿਹੜੀ ਕ੍ਰਾਂਤੀ ਦੀਆਂ ਗੱਲਾਂ ਕਰਦੇ ਪਏ ਹੋ? ਅਸੀਂ ਪਹੁੰਚ ਕਿੱਥੇ ਗਏ ਹਾਂ? ਤੁਹਾਨੂੰ ਨਾਂ ਲਿਖਣਾ ਨਾ ਆਵੇ, ਤੁਹਾਨੂੰ ਪੰਜਾਬੀ ਸ਼ਬਦਾਂ ਦੀ ਬਣਤਰ ਬਾਰੇ ਨਾ ਪਤਾ ਹੋਵੇ ਵੀ ਕਿਹੜਾ ਅੱਖਰ ਹੈ। ਅਸੀਂ ਮਜ਼ਾਕ ਦੇ ਪਾਤਰ ਨਹੀਂ ਬਣ ਗਏ। ਤੁਸੀਂ ਉੱਦਾਂ ਡੀਂਗਾ ਮਾਰਦੇ ਹੋ ਜੀ, ਨਿਸ਼ਾਨ ਸਾਹਿਬ 100 ਫੁੱਟ ਉੱਚਾ ਕਰਦੇ ਹੋ। ਇਹ ਤਾਂ ਸ਼ੁਕਰ ਹੈ ਕਿ ਅਗਲੇ ਐਵੇਂ ਧਿਆਨ ਲੈ ਲਿਆ, ਨਾ ਹੋਇਆ ਤੇ ਆਪਾਂ ਤੇ ਬਣਿਆ ਪਿਆ ਸੀ ਜੀ, ਬੱਲੇ ਬੱਲੇ ਜੀ, ਸਭ ਕੁਝ ਸਾਨੂੰ ਆਉਂਦਾ। ਉਹ ਤੇ ਪਤਾ ਲੱਗਾ ਵੀ ਨਾ ਭਾਈ, ਇੱਥੇ ਤੇ ਸੁੱਖ ਨਾ ਕਾਲਾ ਅੱਖਰ ਭੈਂਸ ਬਰਾਬਰ ਹੋਇਆ ਪਿਆ, ਪੜ੍ਹਨਾ ਲਿਖਣ ਦਾ ਪਤਾ ਨਹੀਂ ਕੀ। ਅਸੀਂ ਖਲੋਤੇ ਕਿੱਥੇ ਹਾਂ? ਹੁਣ ਸਾਨੂੰ ਪਤਾ ਬਹੁਤਿਆਂ ਰਾਗੀਆਂ ਪ੍ਰਚਾਰਕਾਂ ਨੇ ਇਸ ਗੱਲੋਂ ਬੋਲਣਾ ਨਹੀਂ, ਕਿਉਂਕਿ ਮਸਲਾ ਸਟੇਜਾਂ ਦਾ ਹੈ, ਮਸਲਾ ਲਿਫਾਫਿਆਂ ਦਾ ਹੈ, ਮਸਲਾ ਅੰਦਰ ਡਰ ਹੈ। ਬਾਬਿਆਂ ਬਾਰੇ ਵੀ ਹੈ ਕਿਹੜੇ। ਅਸੀਂ ਆਪਣੇ ਘਰਾਂ ਵਿੱਚੋਂ ਆਪਣਾ ਮੂਲ ਮਾਂ ਬੋਲੀ ਨੂੰ ਵਿਸਾਰ ਕੇ ਬੈਠ ਗਏ ਹਾਂ। ਦਿੱਲੀ ਦੀ ਧਰਤੀ ਤੇ ਇੱਕ ਮਹਾਰਾਸ਼ਟਰ ਦਾ ਵਿਅਕਤੀ ਆਪਣੀ ਦੁਕਾਨ ਪਾਉਂਦਾ ਹੈ, ਉਹ ਪਹਿਲਾਂ ਮਰਾਠੀ 'ਚ ਬੋਰਡ ਲਾਉਂਦਾ ਹੈ, ਦੂਜੇ ਤੇ ਇੰਗਲਿਸ਼ ਹਿੰਦੀ 'ਚ ਲਿਖਦਾ ਹੈ, ਤਾਂ ਕਿ ਇਹਨੂੰ ਪਤਾ ਲੱਗ ਜੇ ਵੀ ਮੈਂ ਮਹਾਰਾਸ਼ਟਰ ਦਾ ਰਹਿਣ ਵਾਲਾ ਹਾਂ। ਮੈਂ ਆਪਣੇ ਇੱਥੇ ਤੁਹਾਡੇ ਦਿੱਲੀ ਦੇ ਹੀ ਸੀ, ਉਹ ਕੈਪਟਨ ਸੀ, ਮੈਂ ਬੰਗਲਾ ਸਾਹਿਬ ਕਥਾ ਕਰਦਾ ਹੁੰਦਾ ਸੀ, 2008 ਦੀ ਗੱਲ ਹੈ। ਉਹਨਾਂ ਨੇ ਆਪਣੇ ਬੇਟੇ ਦਾ ਆਨੰਦ ਕਾਰਜ ਕੀਤਾ ਤੇ ਉਹਨਾਂ ਨੇ ਮੇਰੇ ਕੋਲ ਆਪਣੇ ਪੁੱਤਰ ਦੇ ਵਿਆਹ ਦਾ ਕਾਰਡ ਲੈ ਕੇ ਆਏ, ਪੰਜਾਬੀ ਛਪਾਇਆ ਉਹਨਾਂ ਨੇ। ਕਹਿੰਦਾ ਜਦੋਂ ਮੈਂ ਦਿੱਲੀ 'ਚ ਕਾਰਡ ਵੰਡੇ ਇੱਦਾਂ, ਤੇ ਮੇਰੀ ਪਤਨੀ ਕਹਿੰਦੇ ਜੀ ਆਪਾਂ ਇੰਗਲਿਸ਼ ਵਿੱਚ ਕਾਰਡ ਛਪਾਈਏ। ਕਹਿੰਦਾ ਮੈਂ ਮੇਨ ਪੰਜਾਬੀ ਛਪਾਵਾਂਗਾ ਕਿਉਂਕਿ ਆਪਣੇ ਸਾਰੇ ਰਿਸ਼ਤੇਦਾਰ ਹੀ ਪੰਜਾਬੀ ਨੇ। ਤੇ ਪਤਨੀ ਹੱਸ ਕੇ ਆਂਦੀ ਜੀ ਪੰਜਾਬੀ ਕਈਆਂ ਨੂੰ ਪੜ੍ਹਨੀ ਨਹੀਂ ਆਉਂਦੀ। ਤੇ ਉਹ ਹੱਸ ਕੇ ਕਹਿੰਦੇ ਜਦੋਂ ਗੁਆਂਢੀਆਂ ਕੋਲ ਪੜ੍ਹਾਉਣ ਜਾਣਗੇ, ਕਿਸੇ ਕੋਲ ਪੜ੍ਹਾਉਣ ਜਾਣਗੇ, ਸ਼ਰਮ ਤਾਂ ਆਊਗੀ ਵੀ ਸਾਨੂੰ ਪੰਜਾਬੀ ਹੋ ਕੇ ਪੰਜਾਬੀ ਪੜ੍ਹਨੀ। ਬੋਲੋ ਸਾਰੇ। ਹੁਣ ਹਾਲਾਤ ਵੇਖੋ ਕਿਹੜੇ ਬਣੇ ਪਏ ਨੇ। ਅਦਾਲਤਾਂ ਤੱਕ ਗੱਲਾਂ ਚਲੇ ਗਈਆਂ ਵੀ ਜਿੱਥੇ ਤੁਹਾਡੀਆਂ ਕਮੇਟੀਆਂ ਦੇ ਆਗੂਆਂ ਨੂੰ ਹੀ ਤੁਹਾਨੂੰ ਪੰਜਾਬੀ ਪੜ੍ਹਨੀ ਨਾ ਆਵੇ, ਤੁਸੀਂ ਕਿਹੜੀ ਕ੍ਰਾਂਤੀ ਦੀਆਂ ਗੱਲਾਂ ਕਰਦੇ ਪਏ ਹੋ? ਅਸੀਂ ਪਹੁੰਚ ਕਿੱਥੇ ਗਏ ਹਾਂ? ਤੁਹਾਨੂੰ ਨਾਂ ਲਿਖਣਾ ਨਾ ਆਵੇ, ਤੁਹਾਨੂੰ ਪੰਜਾਬੀ ਸ਼ਬਦਾਂ ਦੀ ਬਣਤਰ ਬਾਰੇ ਨਾ ਪਤਾ ਹੋਵੇ ਵੀ ਕਿਹੜਾ ਅੱਖਰ ਹੈ। ਅਸੀਂ ਮਜ਼ਾਕ ਦੇ ਪਾਤਰ ਨਹੀਂ ਬਣ ਗਏ। ਤੁਸੀਂ ਉੱਦਾਂ ਡੀਂਗਾ ਮਾਰਦੇ ਹੋ ਜੀ, ਨਿਸ਼ਾਨ ਸਾਹਿਬ 100 ਫੁੱਟ ਉੱਚਾ ਕਰਦੇ ਹੋ। ਇੱਕ ਮਰਾਠੀ ਬੰਦੇ ਨੂੰ ਮਾਣ ਹੈ, ਇੱਕ ਤੁਸੀਂ ਤੁਹਾਡੇ ਵਿੱਚੋਂ ਇਟਲੀ ਕੋਈ ਬੰਦਾ ਗਿਆ ਹੋਵੇ ਤੁਹਾਡੇ ਚੋਂ, ਅਗਲਿਆਂ ਨੇ ਸਾਈਨ ਬੋਰਡ ਆਪਣੀ ਲੈਂਗੁਏਜ ਇਟਾਲੀਅਨ ਚ ਲਾਏ ਹੋਏ ਨੇ ਉੱਥੇ। ਉਹ ਕਹਿੰਦੇ ਤੁਸੀਂ ਸਾਡੇ ਦੇਸ਼ ਆਇਓ, ਭਾਸ਼ਾ ਸਿੱਖੋ ਜੇ ਤੁਹਾਨੂੰ ਜ਼ਰੂਰਤ ਹੈ ਤਾਂ। ਰੋਡ ਤੇ ਤੁਸੀਂ ਜਾਂਦੇ ਹੋ, ਸਾਈਨ ਬੋਰਡ ਅਗਲਿਆਂ ਨੇ ਆਪਣੇ ਲਾਏ ਹੋਏ ਨੇ ਉੱਥੇ। ਇੱਥੇ ਅਸੀਂ ਕਿੰਨਾ ਕੁ ਔਖਾ ਹੈ ਜੇ ਤੁਸੀਂ ਆਪਣੇ ਘਰ ਦਾ ਸਾਈਨ ਬੋਰਡ ਪੰਜਾਬੀ ਚ ਲਾ ਲਓਗੇ ਜੀ। ਇੱਕ ਤਾਂ ਅਗਲੇ ਨੂੰ ਪਤਾ ਲੱਗੂ ਇੱਥੇ ਪੰਜਾਬੀ ਪਰਿਵਾਰ ਰਹਿੰਦਾ, ਘਰਾਂ 'ਚ ਪੰਜਾਬੀ ਬੋਲੋ ਮਾਵਾਂ ਨਾਲ। ਮੈਂ ਅਮਰੀਕਾ 'ਚ ਵੇਖਿਆ ਇਹ ਗੱਲ, ਨਿਊਯਾਰਕ ਦੇ ਏਰੀਏ ਦੀ ਗੱਲ ਹੈ। ਇੱਕ ਪਰਿਵਾਰ 'ਚ ਗਿਆ, ਉੱਥੇ ਬਜ਼ੁਰਗ ਨੇ ਸਾਹਮਣੇ ਲਿਖ ਕੇ ਲਾਇਆ, ਸਾਡੇ ਘਰ ਪੰਜਾਬੀ ਭਾਸ਼ਾ ਤੋਂ ਬਿਨਾਂ ਦੂਜੀ ਭਾਸ਼ਾ ਬੋਲੀ ਨਹੀਂ ਜਾਂਦੀ। ਤੇ ਉਹਨਾਂ ਦੇ ਪੋਤਰੇ ਇੰਨੀ ਠੇਠ ਪੰਜਾਬੀ ਬੋਲਦੇ ਸੀ। ਮੈਂ ਸਹਿ ਸੁਭਾਏ ਪੁੱਛਿਆ, ਮੈਂ ਕਿਹਾ ਜੀ ਇਹ ਬੱਚੇ ਇੱਥੋਂ ਦੇ ਬੋਰਨ ਨੇ, ਇੱਥੋਂ ਦੇ ਜੰਮਪਲ ਨੇ? ਕਹਿੰਦੇ ਬਿਲਕੁਲ। ਕਹਿੰਦੇ ਇੱਕੋ ਤਰੀਕਾ ਰੱਖਿਆ, ਜਦੋਂ ਬੱਚਾ ਹਿੰਦੀ 'ਚ ਇੰਗਲਿਸ਼ 'ਚ ਕੋਈ ਗੱਲ ਕਰਦਾ, ਮੈਂ ਅੱਗੇ ਜਵਾਬ ਹੀ ਨਹੀਂ ਦਿੰਦਾ। ਅਸੀਂ ਘਰਦਿਆਂ ਨੇ ਇੱਕ ਏਕਾ ਬਣਾਇਆ ਵੀ ਅਸੀਂ ਇਹਨਾਂ ਦੀ ਗੱਲ ਦਾ ਜਵਾਬ ਹੀ ਨਹੀਂ ਦੇਣਾ। ਹੌਲੀ ਹੌਲੀ ਆਪੇ ਪੰਜਾਬੀ ਬੋਲਣ ਲੱਗ ਪਏ। ਤੇ ਐਡੀ ਠੇਠ ਪੰਜਾਬੀ। ਇਹ ਆਸਟ੍ਰੇਲੀਆ ਦੀ ਗੱਲ ਹੈ। ਬੱਚਾ ਕਬੱਡੀ ਖੇਡਦਾ ਸੀ ਤੇ ਉਹ ਸਿਡਨੀ ਤੋਂ ਕਬੱਡੀ ਖੇਡ ਕੇ ਮੈਲਬੌਰਨ ਆਇਆ ਤੇ ਮੈਂ ਘਰ ਬੈਠਾ ਤੇ ਉਹ ਬੱਚਾ ਆਇਆ ਤੇ ਕਹਿੰਦਾ ਡੈਡੀ ਜਦੋਂ ਅਸੀਂ ਅੱਜ ਉੱਥੋਂ ਆ ਰਿਹਾ ਸੀ ਨਾ, ਸਾਡੀ ਗੱਡੀ ਅੱਗੇ ਉਹ ਸਹਿਆ ਨਿਕਲ ਕੇ ਭੱਜਾ। ਮੈਂ ਇੱਕਦਮ ਕੰਨ ਖੜੇ ਕੀਤੇ। ਮੈਂ ਕਿਹਾ ਜੀ ਤੁਹਾਡਾ ਬੇਟੇ ਦਾ ਜਨਮ ਇੱਥੋਂ ਦਾ? ਕਹਿੰਦੇ ਹਾਂਜੀ। ਮੈਂ ਕਿਹਾ ਇਹਨੇ ਸਹਿਆ ਕਿਆ, ਕਿੱਡੀ ਕਮਾਲ ਦੀ ਗੱਲ ਹੈ, ਸਹਿਆ ਨਿਕਲ ਕੇ ਭੱਜਿਆ। ਮੈਂ ਕਿਹਾ ਜੀ ਇਹ ਕਿੱਦਾਂ? ਕਹਿੰਦਾ ਜੀ ਇਹਨਾਂ ਦੀ ਮੰਮੀ ਜੋਬ ਕਰਦੇ ਨੇ, ਸ਼ਾਮਾਂ ਨੂੰ ਰੋਜ਼ ਇੱਕ ਜਪਜੀ ਸਾਹਿਬ ਦੀ ਪੌੜੀ, ਉਹਦੇ ਅਰਥ ਉੱਥੋਂ ਨਾਲ ਲਿਖ ਕੇ ਲੈ ਆਉਣੇ ਨੇ। ਆਣ ਕੇ ਖਾਣਾ ਖਾਣ ਤੋਂ ਪਹਿਲਾਂ ਰੋਜ਼ ਬੱਚਿਆਂ ਨਾਲ ਬੈਠ ਕੇ ਇੱਕ ਵਾਰ ਇਸ ਪੌੜੀ ਦੇ ਵਿਚਾਰ ਕਰਨੇ ਨੇ। ਤੇ ਸਾਡੇ ਘਰ ਵੀ ਪੰਜਾਬੀ ਤੋਂ ਬਿਨਾਂ ਦੂਜੀ ਭਾਸ਼ਾ ਨਹੀਂ ਬੋਲੀ ਜਾਂਦੀ। ਬਾਹਰ ਇੰਗਲਿਸ਼ ਬੋਲੋ, ਜਿਹੜੀ ਮਰਜ਼ੀ ਲੈਂਗੁਏਜ ਬੋਲੋ, ਪਰ ਘਰ ਤੁਸੀਂ ਆਪਣੇ ਬੱਚੇ ਸਾਂਭ ਲਓ। ਪਰ ਹੈ ਧਿਆਨ ਸਾਡੇ ਪੰਜਾਬੀ ਬੋਲਦਾ ਕੀ ਆਂਦੇ ਭਲਾ ਉਹਨੂੰ? ਬੋਲੋ ਜੀ, ਹੁਣ ਤੁਸੀਂ ਬੋਲ ਕੇ ਦੱਸਿਓ। ਇਹ ਬੈਕਵਰਡ ਆ, ਇਹ ਤੇ ਪਛੜਿਆ ਹੋਇਆ। ਮੱਛੀ ਬਾਰੇ ਮੈਂ ਇੱਕ ਐਗਜ਼ਾਮਪਲ ਦਿੰਦਾ। ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨਾ ਵਿਸਰੇ ਪਾਣੀ। ਮੱਛੀ ਦਾ ਪਰਿਵਾਰ ਕਦੀ ਪਾਣੀ ਤੋਂ ਬਾਗੀ ਹੋ ਸਕਦਾ? ਬੋਲ ਕੇ ਦੱਸਿਓ ਜੀ, ਹੋ ਸਕਦਾ? ਹੁਣ ਮੱਛੀ ਇਹ ਕਵੇ ਵੇਖੋ 21ਵੀਂ ਸਦੀ 'ਚ ਆ, ਸਾਡਿਆਂ ਦਾਦਿਆਂ ਪੜਦਾਦਿਆਂ ਦੀ ਮਜਬੂਰੀ ਸੀ ਪਾਣੀ 'ਚ ਰਹਿਣਾ। ਹੁਣ ਕੋਈ ਕੋਕ ਪੈਪਸੀ ਲੈ ਕੇ ਆਓ,
कोई मरिंडा लैके आओ, कोई सोडा वाटर लैके आओ। अमीरां तो अमीरां घर भी तुसीं फिश पालोगे, मच्छी पालोगे, उन्होंने भी पानी च रहना पैना, क्योंकि जो मछली बिन पानी है कि जीवन पावे। जे मच्छी पानी तो बागी नहीं हो सकती तो असीं अपनी माँ बोली तो ही बागी हो गए। ठीक है, गुरबाणी के अर्थ कईयां ने कई वख-वख लैंगवेज कीते ने, पर जो व्याकरण के नुकते पंजाबी समझाने, गुरमुखी समझाने, वो दूजी लैंगवेज थोड़ा समझाने ने। अच्छा, असीं अपने बच्चों नाल घर च निकल कहाँ गए थे, कहाँ से आए, इत्थों ही तो चक्कर पै गया। कमाल की गल है, एक दूजी स्टेट का व्यक्ति आउंदा, असीं उहदे नाल पूरी हिंदी, मैं तुसीं कहोगे ना असीं दूजिਆਂ नाल बोलदे हां, मैं सरदारां नाल हिंदी बोलदियां वेखिआ। वो कहदा तुहाडे नाल ते हुण कोई दूजा बंदा ही है नहीं। हुण गोरियां दी कंट्री 'च आपां जाने आ, क्यों जी? उत्थे जाके आपां पंजाबी बोलदे हां कि हुण आपां नूं सिੱਖਣੀ पैंदी है। जिहड़ा बंदा इत्थे 6वीं क्लास नहीं पास, वो भी इंग्लिश बोलदा उत्थे पानी वांगू। अगले नूं पता वो तो दो चीज़ां सिੱਖਣੀਆਂ पैणੀਆਂ ਜਾਂਦੇ आ, गड्डी चलाउणी तो दूजी थोड़ी बहुती बोलो जी इंग्लिश बोलनी, गल करनी आउणी चाहिए भी तुसीं किसी स्टोर ते जाओ समान ते मंग सको। जे अगलियां ने अपनियां इन्हां गल्लां ते आपां क्यों नहीं पहरा दे सकते? पर गल फिर उसी आवा इत्थों ऊत गया भी जिथा कमेटियां दे आगूआं नूं नहीं पता, वो पीढ़ी अगे होंदी, सानूं की है जी? पर सिखो, सीखण दी जरूरत है। ये तो शुक्र है कि अगले एवं ध्यान लै लिया, ना होया तो आपां ते ललारी के मट विच पै गिदड़ता वाली गल ही बनी पई सी भी जंगल अंदर जाए के पखंड कमता। वो तो बनया पिया सी जी, बल्ले बल्ले जी सब कुछ सानू आउंदा। वो तो पता लगा भी ना भाई इत्थे ते सुख ना काला अखर भैंस बराबर होया पिया, पढ़ना लिखण दा पता नहीं की, असीं खलोते कित्थे आ? हुण सानू पता बहुतियां रागियां प्रचारकां ने इस गल्लों बोलना नहीं, क्योंकि मसला स्टेजां दा है, मसला लिफाफियां दा है, मसला अंदर डर है। बाबियां बारे भी है, किहड़े कोई गल करन नूं तैयार नहीं। अगले पता भी बरसियां प्रचारकों तो बिना रागियां इदा मैनू फोन करके कहणगे, भाई साहब मैं परसों का 4 बार अपना मोबाइल चार्ज करना एक दिन च, परसों का। हुण कल एक बंदे का फोन है, भाई साहब जी शामी गल की बड़ा ढिला ढिला बोलते सी। मैं कहा 500-700 फोन रोज़ सुना, शामां तक तो मरन वाला हो जाना। वैसे मैं कथा वखरी करनी है, मैं कहा 2-4 हद बंदा कैपेसिटी लिमिट है ना। मैं कहा किन्ना क बोलना मैं हुण दस, तो फोन पता की आउंदे आ इदा, भाई साहब चक दो फटे तुहाडे नाल कमाल कर, तुसीं कौन हो? मैं रागी। तुसीं कौन हो? मैं ग्रंथी। तुसीं कौन हो? मैं कमेटी का प्रधान। तुसीं कौन हो? मैं खजानची। तुसीं कौन हो? मैं फलाना। मैं कहा अच्छा तुसीं भी चको फटे? नहीं जी, फिर थोड़ा जिहा बच्चे निके ने, पता सारा है, पता सारा है। तुहाडे दिल्ली दे इत्थे कई कमेटियां दे मैंबरां दे फोन आए मैनूं ना कि सानू पता जी इन्हां डेरेदारां ने की कुछ किया है, सानू सारा पता है। मैं कहा करो दलेरी, कौम का भला करो, अपनी अपनी फेसबुकां ते लिख के पाओ, पता लगे भी ये की हो रहा साडे नाल। पर असी पै पी तां असी डरदे आ, असी गुरु दी विचार तो कोहां दूर चले गए। असी मूँह मलाजा करते हैं बस भी किते विगड़ ना जाए मेरी ये नाल। गुरु साहब जी ने जिहड़ी विचार दित्ती इहनूं समझण दी जरूरत है। अपने परिवारां च मेरी हाथ जोड़ के बेनती है, समागम हुंदे रहने, आपां करदे रहने आ। मेरी भैणों तुहाडे अगे एक तरला है, अपने घरां च अपने बच्चों नाल पंजाबी च गल करो। कल तुहाडे बच्चे जवान होने, उन्हां दे आनंद कारज होने ने, आपां बूटा ला के जाइए, आपां चढ़ाई कर गए। बच्चों नूं ये होएगा मेरी माँ कहंदी हुंदी सी कि घर च पंजाबी बोलनी है, मेरी दादी कहंदी हुंदी सी, मेरा पिता कहंदा हुंदा सी। आपां एक बूटा ला के जावांगे ना, जे आपां ही ना बोले तो बच्चों ने कहना जे पंजाबी जरूरी हुंदी साडी माँ जरूर कहंदी, साडा पिता सानू ये गल जरूर कहंदा। ये अपने अंदर एक सुनेहे नूं लैके जाओ कि असीं अपनी जिंदगी च रोज़मर्रा की जिंदगी च अपने परिवारां च बैठ के एक तां फतेह बुलाउण दी आदत पाओ। जो तुहाडे घर कोई रिश्तेदार आवे, थोड़े दिन तुहानूं औखा लगना है। हुण जिन्ना घरां दा माहौल है, तुसीं घर च प्रवेश करो ना, जांदियां बच्चे गज के फतेह बुलाउंदे, वाहिगुरू जी का खालसा। तो कई वड्डी उम्र के होणगे, वो अगे कहेंगे सत श्री अकाल, वो फिर बच्चा फतेह बुलाउंदा है, क्योंकि अगले ने घर का माहौल ऐसा बनाया। बच्चे फतेह बुलाउंदे ने आण के, रात नूं सौण लग्गिआं फतेह बुलाउंदे, सवेरे उठ के फतेह बुलाउंदे। जे असीं साहिबजादिआं दी गल करदे हां भी उन्होंने सूबे सरहंद दी कचहरी जांदे हां, उत्थे जाके गज के फतेह बुलाई है, असीं ते अपने घरां 'च ही फतेह बुलाउणी भुल गए। ये कौन सिखाएगा?
ਝੂਲ ਤੇ ਨਿਸ਼ਾਨ ਰਹਿਣ, ਪੰਥ ਮਹਾਰਾਜ ਕੇ ਸੱਜ ਤੇ ਦੀਵਾਨ ਰਹਿਣ, ਇਹ ਗੱਲਾਂ ਬਸ ਗੁਰਦੁਆਰੇ ਤੱਕ ਸੀਮਤ ਹੈ। ਆਪਣੇ ਘਰਾਂ 'ਚ ਮਾਹੌਲ ਲੈ ਕੇ ਆਓ। ਨੌਜਵਾਨ ਪੜ੍ਹੋ ਲਿਖੋ, ਆਪ ਅੱਗੇ ਆਉਣ ਦੀ ਕੋਸ਼ਿਸ਼ ਕਰੋ, ਕਮੇਟੀਆਂ ਦੇ ਪ੍ਰਬੰਧ ਸੰਭਾਲੋ। ਆਉਣ ਵਾਲੇ ਸਮੇਂ 'ਚ ਅਸੀਂ ਚੰਗੀਆਂ ਵਿਚਾਰਾਂ, ਕੱਲ੍ਹ ਬੱਚੇ ਜਦੋਂ ਸ਼ਾਮ ਨੂੰ ਪਾਠ ਕਰ ਰਹੇ ਸੀ ਨਾ, ਕਿੰਨੀ ਮਨ ਨੂੰ ਖੁਸ਼ੀ ਹੋ ਰਹੀ ਸੀ ਕਿ ਛੋਟੇ ਛੋਟੇ ਬੱਚੇ ਪਾਠ ਕਰਦੇ ਆ, ਸਾਡੀਆਂ ਧੀਆਂ ਪਾਠ ਕਰਦੀਆਂ ਨੇ। ਆਉਣ ਵਾਲੇ ਸਮੇਂ 'ਚ ਇਹਨਾਂ ਨੇ ਵਾਰਸ ਬਣਨਾ ਹੈ ਕੌਮ ਦੇ। ਤੁਹਾਡਾ ਬੱਚਾ ਕਿਸੇ ਮਹਿਕਮੇ ਜਾਵੇ, ਕਿਸੇ ਅਹੁਦੇ ਜਾਵੇ, ਕੋਈ ਬਿਜ਼ਨਸ ਕਰੇ, ਉਹਨੂੰ ਆਪਣੀਆਂ ਮੁੱਢਲੀਆਂ ਗੱਲਾਂ ਦਾ ਤਾਂ ਪਤਾ ਹੋਵੇ ਨਾ। ਆਪਣੇ ਘਰ ਸਾਂਭਣ ਦੀ ਜ਼ਰੂਰਤ ਹੈ। ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵ ਕਮਾਣੀ। ਜਿਸ ਤਨ ਵਿੱਚ ਸਤਿਗੁਰ ਦੀ ਬਾਣੀ ਦਾ ਤੀਰ ਲੱਗਦਾ, ਫਿਰ ਆਤਮਿਕ ਸੁਖ ਮਿਲਦਾ ਹੈ, ਅਣਿਆਲਾ ਤੀਰ। ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ। ਫਿਰ ਉਹਨੂੰ ਸਮਝ ਆ ਜਾਂਦੀ ਹੈ ਸਭ ਦੁਨੀਆ ਆਵਣ ਜਾਣੀਆਂ। ਦੁਨੀਆ ਆਉਣ ਜਾਣ ਦੇ ਚੱਕਰ 'ਚ ਪਈ ਹੈ। ਨਾਸ਼ਵੰਤ, ਜੰਮ ਗਿਆ ਮਰ ਗਿਆ, ਮਰ ਗਿਆ ਜੰਮ ਗਿਆ।